मैं अपने ਜਿਹੜੇ ਪੁਰਾਣੇ ਸਿਆਸਤਦਾਨ ਹੈ ਤੇ ਜਿਹੜੀਆਂ ਸਿਆਸੀ ਪਾਰਟੀਆਂ ਹੈ ਉਹਨਾਂ ਤੋਂ ਕੁਝ ਭਖਦੇ ਹੋਏ ਸਵਾਲ ਪੁੱਛਣਾ ਚਾਹੁੰਦਾ ਹਾਂ। ਕਿਸੇ ਵੀ ਪਾਰਟੀ ਤੇ, ਪੁਰਾਣੀ ਪਾਰਟੀ ਤੇ ਜਾਂ ਪੁਰਾਣੇ ਲੀਡਰ ਤੇ ਉਂਗਲ ਚੱਕਣ ਦੀ ਲੋੜ ਨਹੀਂ, ਨਾ ਉਹਦੇ ਤੇ ਇਲਜ਼ਾਮ ਲਾਉਣ ਦੀ ਲੋੜ ਹੈ, ਕਿਉਂਕਿ ਪੰਜਾਬ ਦੇ ਹਾਲਾਤ ਇਹ ਦੱਸਦੇ ਹੈ ਕਿ ਸਾਡੇ ਲੀਡਰਾਂ ਨੇ ਕੀ ਕੀਤਾ। ਕੀ ਸਰਕਾਰ ਨੂੰ ਪਤਾ ਨਹੀਂ ਸੀ, ਕਾਂਗਰਸ ਸਰਕਾਰ ਨੂੰ, ਕੈਪਟਨ ਸਾਹਿਬ ਨੂੰ ਜਾਂ ਉਹਨਾਂ ਦੇ ਮੰਤਰੀਆਂ ਨੂੰ ਪਤਾ ਨਹੀਂ ਸੀਗਾ ਕਿ ਕੀ ਹੋ ਰਿਹਾ ਹੈ? ਤੇ ਜਦੋਂ ਕਿ ਉਹਨਾਂ ਨੂੰ ਬੁਲਾ ਕੇ ਉਹ ਮੀਟਿੰਗ ਦੇ ਵਿੱਚ ਸੱਦ ਕੇ ਐਕਸਪਲੇਨ ਕੀਤਾ ਗਿਆ ਤੇ ਉਹਨਾਂ ਨੇ ਐਗਰੀ ਕੀਤਾ ਉਹਦੇ ਨਾਲ। ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜੇ ਤੁਹਾਨੂੰ ਪਹਿਲਾਂ ਪਤਾ ਸੀ, ਤੁਸੀਂ ਮੀਟਿੰਗਾਂ ਕੀਤੀਆਂ, ਸਾਈਨ ਕੀਤੇ, ਉਹਨਾਂ ਨੂੰ ਜਗ੍ਹਾ ਦਿੱਤੀ ਹੈ ਸੈਲੋ ਬਣਾਉਣ ਵਾਸਤੇ, ਤੇ ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਵੇਖ ਕੇ ਫਿਰ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਕਿ ਇਹ ਗਲਤ ਹੈ, ਕਿਸਾਨਾਂ ਦੇ ਖਿਲਾਫ ਹੈ, ਅਸੀਂ ਸੁਪਰੀਮ ਕੋਰਟ ਜਾਵਾਂਗੇ। ਇਹਦਾ ਕੋਈ ਤੁਕ, ਕੋਈ ਲੌਜਿਕ ਬਣਦਾ ਹੈ? ਇੱਕ ਤਰੀਕੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਲੀਡਰ ਸਾਹਿਬਾਨ ਹੈ ਜਾਂ ਸਾਡੇ ਮੰਤਰੀ ਸਾਹਿਬਾਨ ਹੈ, ਇਹ ਲੋਕਾਂ ਨੂੰ ਬਿਲਕੁਲ ਮੂਰਖ ਹੀ ਸਮਝਦੇ ਹੈ। ਬੜੀ ਸੋਚਣ ਵਾਲੀ ਗੱਲ ਹੈ ਕਿ ਜਦੋਂ ਤੁਸੀਂ ਉਹਦੀ ਤਾਰੀਫ ਕਰ ਰਹੇ ਸੀ, ਕੀ ਉਹਨਾਂ ਨੇ ਉਹਦਾ ਕੰਟੈਂਟ ਚੇਂਜ ਕਰਤਾ? ਲਾਸਟ ਜਦੋਂ ਪਾਸ ਕਰਨਾ ਸੀ ਕਿ ਉਹੀ ਬਿੱਲ ਜੇ ਤੁਸੀਂ ਤਾਰੀਫ ਕਰ ਰਹੇ ਸੀ, ਕਿ ਤੁਹਾਨੂੰ ਉਹ ਪੜ੍ਹ ਕੇ ਉਦੋਂ ਲੱਗਿਆ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ? ਜਿੰਨੇ ਵੀ ਬੁੱਧਜੀਵੀ ਹੈ, ਜਿੰਨੇ ਵੀ ਕਲਾਕਾਰ ਹੈ, ਉਹ ਗਾਇਕ ਹੋਣ ਜਾਂ ਐਕਟਰਸ ਹੋਣ ਜਾਂ ਸਾਹਿਤਕਾਰ ਹੋਣ ਜਾਂ ਕਿਸਾਨ ਹੋਣ, ਮਜ਼ਦੂਰ ਹੋਣ, ਛੋਟੇ ਦੁਕਾਨਦਾਰ ਹੋਣ, ਬਾਬੂ ਹੋਣ, ਕਿਤੇ ਨੌਕਰੀ ਕਰਨ ਵਾਲੇ ਨੌਕਰੀ ਪੇਸ਼ਾ ਲੋਕ, ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਤੁਸੀਂ ਵਾਕਈ ਉਹਨਾਂ ਨੂੰ ਕਹਿ ਰਹੇ ਸੀ ਕਿ ਇਹ ਬਿੱਲ ਕਿਸਾਨਾਂ ਦੇ ਖਿਲਾਫ ਹੈ, ਤੇ ਫਿਰ ਤੁਸੀਂ ਉਹਦੀ ਤਾਰੀਫ ਕਿਵੇਂ ਕਰ ਰਹੇ ਸੀ? ਵੋਟ ਮੰਗਣ ਦਾ ਹੱਕ ਨਾ ਚਲਿਆ ਜਾਵੇ, ਇਸ ਕਰਕੇ ਰਿਜ਼ਾਈਨ ਕਰਨਾ ਪਿਆ। ਤੁਹਾਨੂੰ ਪਤਾ ਲੱਗ ਗਿਆ ਹੈ ਸਾਡੇ ਲੀਡਰ ਸਾਹਿਬਾਨ ਦੀ ਵਾਸਤਵਿਕਤਾ ਦਾ, ਉਹਨਾਂ ਦੀ ਅਸਲੀਅਤ ਦਾ, ਉਹਨਾਂ ਦੀ ਸੋਚ ਦਾ। ਮਹਾਮੂਰਖ ਉਹ ਹੁੰਦਾ ਹੈਗਾ ਜਿਹੜਾ ਆਪਣੀ ਇੱਕੋ ਗਲਤੀ ਨੂੰ ਬਾਰ-ਬਾਰ ਰਿਪੀਟ ਕਰੀ ਜਾਵੇ। ਅਸੀਂ ਕਦੇ ਇੱਕ ਪਾਰਟੀ ਦੇ ਗੰਢੇ ਖਾ ਲੈਂਦੇ ਹਾਂ, ਉਹ ਤੋਂ ਅੱਕ ਕੇ ਫਿਰ ਦੂਜੀ ਪਾਰਟੀ ਦੇ ਚਿੱਤਰ ਖਾ ਲੈਂਦੇ ਹਾਂ। ਬਸ ਆਹੀ ਚੱਲ ਰਿਹਾ। ਇਹ ਆਖਰੀ ਵਾਰ, ਆਖਰੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਕਿਉਂਕਿ ਜੇ ਐਤਕੀ इस बार असी फिर मात खा गए, फिर भूल जाओ। मंगल ढिल्लोन चैनल, एक ऐसा चैनल जो आपका जीवन बदल सकता है, जैसे अब तक बहुतों का जीवन बदल चुका है। मंगल ढिल्लोन चैनल। नमस्कार, आदाब, सत श्री अकाल। दोस्तों, अज मैं एक बहुत ही गंभीर विषय पर गल करनी चाहना है। मैं अपने ਜਿਹੜੇ ਪੁਰਾਣੇ ਸਿਆਸਤਦਾਨ ਹੈ ਤੇ ਜਿਹੜੀਆਂ ਸਿਆਸੀ ਪਾਰਟੀਆਂ ਹੈ ਉਹਨਾਂ ਤੋਂ ਕੁਝ ਭਖਦੇ ਹੋਏ ਸਵਾਲ ਪੁੱਛਣਾ ਚਾਹੁੰਦਾ ਹਾਂ। ਜੇ ਅਸੀਂ ਪਿੱਛੇ ਮੁੜ ਕੇ ਵੇਖੀਏ, ਲਗਭਗ ਆਪਣਾ 72-73 ਸਾਲ ਦਾ ਇਤਿਹਾਸ ਹੈ ਆਜ਼ਾਦੀ ਤੋਂ ਬਾਅਦ ਦਾ, ਜੇ ਉਹਨੂੰ ਵੇਖੀਏ ਤੇ ਸਾਡੇ ਲੀਡਰ ਸਾਹਿਬਾਨ ਨੇ ਕੀ ਕੁਝ ਕੀਤਾ। ਜੇ ਤੁਸੀਂ ਮੰਨ ਲਓ ਕੋਈ ਕਾਮਯਾਬੀ ਹਾਸਲ ਕੀਤੀ, ਤਰੱਕੀ ਕੀਤੀ, ਉਹਦਾ ਸਿਹਰਾ ਕਿਹਨੂੰ ਜਾਂਦਾ ਹੈ? ਲੀਡਰਸ ਨੂੰ, ਪਾਰਟੀਆਂ ਨੂੰ, ਸਰਕਾਰਾਂ ਨੂੰ। ਔਰ ਉਹਨੂੰ ਉਹ ਬਹੁਤ ਵਧਾ ਚੜਾ ਕੇ ਦੱਸਦੇ ਹੈ, ਸਟੇਜਾਂ ਤੋਂ ਦੱਸਦੇ ਹੈ। ਪਰ ਜੇ ਕੁਝ ਮਾੜਾ ਹੁੰਦਾ ਹੈ, ਉਹਦਾ ਡਿਸਕ੍ਰੈਡਿਟ ਕਿਹਨੂੰ ਜਾਵੇ? ਕਿ ਅਸੀਂ ਉਹਨੂੰ ਪਾਕਿਸਤਾਨ ਦੇ ਉੱਤੇ ਥੋਪ ਦਈਏ, ਚਾਈਨਾ ਤੇ, ਬੰਗਲਾਦੇਸ਼ ਤੇ, ਜਾਂ ਕਿਸੇ ਹੋਰ ਦੁਸ਼ਮਣ ਤੇ। ਜੇ ਚੰਗਾ ਕੰਮ ਤੁਸੀਂ ਕੀਤਾ ਹੈ ਤੇ ਮਾੜਾ ਵੀ ਤਾਂ ਤੁਸੀਂ ਕਰੋਗੇ ਨਾ। ਪੰਜਾਬ ਦੇ ਹਾਲਾਤ ਵੇਖੋ। ਕਿਸੇ ਵੀ ਪਾਰਟੀ ਤੇ, ਪੁਰਾਣੀ ਪਾਰਟੀ ਤੇ ਜਾਂ ਪੁਰਾਣੇ ਲੀਡਰ ਤੇ ਉਂਗਲ ਚੱਕਣ ਦੀ ਲੋੜ ਨਹੀਂ, ਨਾ ਉਹਦੇ ਤੇ ਇਲਜ਼ਾਮ ਲਾਉਣ ਦੀ ਲੋੜ ਹੈ, ਕਿਉਂਕਿ ਪੰਜਾਬ ਦੇ ਹਾਲਾਤ ਇਹ ਦੱਸਦੇ ਹੈ ਕਿ ਸਾਡੇ ਲੀਡਰਾਂ ਨੇ ਕੀ ਕੀਤਾ, ਸਾਡੀਆਂ ਸਿਆਸੀ ਪਾਰਟੀਆਂ ਨੇ ਕੀ ਕੀਤਾ। ਉਹਨਾਂ ਦੀ ਅਯੋਗਤਾ ਕਹਿ ਲਓ ਜਾਂ ਉਹਨਾਂ ਦੀ ਕੂਟਨੀਤੀ ਕਹਿ ਲਓ ਜਾਂ ਗੰਦੀ ਨੀਤੀ ਕਹਿ ਲਓ, ਜੋ ਮਰਜ਼ੀ ਕਹਿ ਲਓ, ਉਹਦੇ ਕਰਕੇ ਅੱਜ ਆਪਾਂ ਇਸ ਮਕਾਮ ਤੇ ਖੜੇ ਹਾਂ। ਇਹ ਸਾਰੇ ਲੀਡਰ ਸਾਹਿਬਾਨ, ਇਹਨਾਂ ਦੇ ਸਾਹਮਣੇ ਇਹ ਸਭ ਕੁਝ ਹੋਇਆ। ਤੁਸੀਂ ਇਹ ਵੇਖੋ ਕਿ ਜਿਹੜਾ ਹੁਣ ਕਿਸਾਨਾਂ ਦਾ ਮਸਲਾ ਹੈ, ਜੇ ਕਿਸਾਨ ਸੜਕਾਂ ਤੇ ਆ ਗਏ, ਸੋਚਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਅਕਾਲੀ ਸਰਕਾਰ ਸੀ ਤੇ ਅਕਾਲੀ ਸਰਕਾਰ ਦੇ ਦੌਰਾਨ ਇਹ ਸਾਰੇ ਕੰਟਰੈਕਟ ਵਗੈਰਾ ਸਾਈਨ ਹੋਏ। ਉਦੋਂ ਬਾਅਦ ਕਾਂਗਰਸ ਆ ਗਈ ਔਰ ਕਾਂਗਰਸ ਦੇ ਵਿੱਚ ਉਹਨਾਂ ਦੇ ਜਿਹੜੇ ਕਾਂਗਰਸ ਦੇ ਸੀਐਮ ਹੈ ਕੈਪਟਨ ਸਾਹਿਬ, ਉਹਨਾਂ ਨੂੰ ਬੁਲਾਇਆ ਗਿਆ
ਉਹਨਾਂ ਦੇ ਸੈਕਟਰੀ ਬਾਰੇ ਗੱਲ ਕੀਤੀ ਜਾਂਦੀ ਹੈਗੀ ਹੈ, ਫਾਈਨਾਂਸ ਮਿਨਿਸਟਰ ਬਾਰੇ ਗੱਲ ਕੀਤੀ ਜਾਂਦੀ ਹੈ। ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਅੱਗੇ ਕੀ ਯੋਜਨਾ ਬਣ ਰਹੀ ਹੈ। ਕੁਝ ਲੋਕ ਅਕਾਲੀ ਸਰਕਾਰ ਤੇ ਜਦੋਂ ਪਹਿਲਾਂ ਸੀ ਅਕਾਲੀਆਂ ਤੇ ਇਲਜ਼ਾਮ ਲਾਉਂਦੇ ਹੈ ਕਿ ਉਹਨਾਂ ਦਾ ਉਹ ਜਿਹੜੇ ਸੈਲੋ ਬਣਾ ਰਹੇ ਉਹਨਾਂ ਦੇ ਵਿੱਚ ਹਿੱਸਾ ਹੈ। ਜੋ ਵੀ ਸੱਚ ਹੋਵੇ ਉਹ ਤਾਂ ਸਮੇਂ ਨਾਲ ਸਾਹਮਣੇ ਆ ਹੀ ਜਾਵੇਗਾ, ਪਰ ਉਸ ਤੋਂ ਬਾਅਦ ਜੇ ਕਾਂਗਰਸ ਸਰਕਾਰ ਦੇ ਵਿੱਚ ਇਹ ਐਗਰੀਮੈਂਟ ਸਾਈਨ ਹੋ ਗਿਆ, ਉਹਨਾਂ ਨੂੰ ਜ਼ਮੀਨ ਅਲਾਟ ਹੋ ਗਈ, ਉਹਨਾਂ ਨੇ ਕੰਸਟਰਕਸ਼ਨ ਸ਼ੁਰੂ ਕਰਤੀ 4-5 ਥਾਂ ਤੇ ਪੰਜਾਬ ਦੇ ਵਿੱਚ, ਮੋਗੇ ਸਭ ਤੋਂ ਵੱਡਾ ਬਣਾਇਆ ਹੈਗਾ, ਹੋਰ 2-4 ਥਾਂ ਤੇ ਬਣਾਇਆ ਹੈਗਾ। ਕੀ ਸਰਕਾਰ ਨੂੰ ਪਤਾ ਨਹੀਂ ਸੀ, ਕਾਂਗਰਸ ਸਰਕਾਰ ਨੂੰ, ਕੈਪਟਨ ਸਾਹਿਬ ਨੂੰ ਜਾਂ ਉਹਨਾਂ ਦੇ ਮੰਤਰੀਆਂ ਨੂੰ ਪਤਾ ਨਹੀਂ ਸੀਗਾ ਕਿ ਕੀ ਹੋ ਰਿਹਾ? ਤੇ ਜਦੋਂ ਕਿ ਉਹਨਾਂ ਨੂੰ ਬੁਲਾ ਕੇ ਉਹ ਮੀਟਿੰਗ ਦੇ ਵਿੱਚ ਸੱਦ ਕੇ ਐਕਸਪਲੇਨ ਕੀਤਾ ਗਿਆ ਤੇ ਉਹਨਾਂ ਨੇ ਐਗਰੀ ਕੀਤਾ ਉਹਦੇ ਨਾਲ। ਹੁਣ ਸੋਚਣ ਵਾਲੀ ਗੱਲ ਇਹ ਹੈਗੀ ਹੈ ਕਿ ਜਦੋਂ ਕਿਸਾਨ ਸੜਕਾਂ ਤੇ ਆ ਗਏ, ਪਹਿਲੀ ਗੱਲ ਕਿ ਕਿਸਾਨ ਪਹਿਲਾਂ ਹੀ ਮਰਿਆ ਹੋਇਆ ਹੈ, ਉਹ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਹੈ ਸਾਡੀਆਂ ਨੀਤੀਆਂ ਕਰਕੇ। ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਆਤਮ ਹੱਤਿਆ ਕਰ ਗਏ। ਇਹਦੇ ਵਾਸਤੇ ਕੋਈ ਕਾਨੂੰਨ ਬਣਾਉਣ ਦੀ ਬਜਾਏ ਕਿ ਵੀ ਕਿਸਾਨਾਂ ਨੂੰ ਬਚਾਇਆ ਕਿਵੇਂ ਜਾਵੇ, ਜਾਂ ਸਵਾਮੀਨਾਥਨ ਜਿਹੜੀਆਂ ਰਿਕਮੈਂਡੇਸ਼ਨ ਸੀ ਉਹਨਾਂ ਦੀਆਂ, ਉਹਨਾਂ ਨੂੰ ਲਾਗੂ ਕਿਵੇਂ ਕੀਤਾ ਜਾਵੇ, ਇਹਨਾਂ ਨੂੰ ਫਸਲ ਦਾ ਭਾਅ ਸਹੀ ਜੋ ਇਹਨਾਂ ਦਾ ਬਣਦਾ ਉਹ ਕਿਵੇਂ ਦਿੱਤਾ ਜਾਵੇ, ਇਹ ਕਰਨ ਦੀ ਬਜਾਏ ਇੱਕ ਨਵਾਂ ਸਿਲਸਿਲਾ ਸ਼ੁਰੂ ਕਰਤਾ। 3 ਕਾਨੂੰਨ ਪਾਸ ਹੋ ਗਏ ਔਰ ਉਹਨਾਂ ਨੂੰ ਲਾਗੂ ਕਰਨ ਦੀ ਸਿਚੁਏਸ਼ਨ ਤੇ ਆ ਖੜੇ ਹੋਏ। ਕਿਸਾਨ ਸਾਰੇ ਬਾਹਰ ਨਿਕਲ ਆਏ ਤੇ ਉਦੋਂ ਬਾਅਦ ਸਾਡੀਆਂ ਜਿਹੜੀਆਂ ਪੁਰਾਣੀਆਂ 2 ਪਾਰਟੀਆਂ, ਅਕਾਲੀ ਦਲ ਤੇ ਕਾਂਗਰਸ ਧਰਨਾ ਪ੍ਰਦਰਸ਼ਨ, ਵਿਰੋਧ ਪ੍ਰਦਰਸ਼ਨ ਕਰਨ ਲੱਗ ਪਈ ਉਸ ਬਿੱਲ ਦਾ, ਉਸ ਕਾਨੂੰਨ ਦਾ, ਰੈਲੀਆਂ ਕੱਢਣ ਲੱਗ ਪਈ। ਉੱਥੋਂ ਰਾਹੁਲ ਗਾਂਧੀ ਜੀ ਆ ਗਏ ਤੇ ਸਾਰੇ ਜਿਹੜੇ ਲੀਡਰ ਹੈ ਕਾਂਗਰਸ ਦੇ ਇਕੱਠੇ ਹੋਏ, ਉਹਨਾਂ ਨੇ ਬੜੇ ਧੂਆਂਧਾਰ ਭਾਸ਼ਣ ਦਿੱਤੇ ਇਸ ਕਾਨੂੰਨ ਦੇ ਖਿਲਾਫ। ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜੇ ਤੁਹਾਨੂੰ ਪਹਿਲਾਂ ਪਤਾ ਸੀ, ਤੁਸੀਂ ਮੀਟਿੰਗਾਂ ਕੀਤੀਆਂ, ਸਾਈਨ ਕੀਤੇ, ਉਹਨਾਂ ਨੂੰ ਜਗ੍ਹਾ ਦਿੱਤੀ ਹੈ ਸੈਲੋ ਬਣਾਉਣ ਵਾਸਤੇ, ਤੇ ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਵੇਖ ਕੇ ਫਿਰ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਕਿ ਇਹ ਗਲਤ ਹੈ, ਕਿਸਾਨਾਂ ਦੇ ਖਿਲਾਫ ਹੈ, ਅਸੀਂ ਸੁਪਰੀਮ ਕੋਰਟ ਜਾਵਾਂਗੇ। ਇਹਦਾ ਕੋਈ ਤੁਕ, ਕੋਈ ਲੌਜਿਕ ਬਣਦਾ ਹੈ? ਮਤਲਬ ਇੱਕ ਤਰੀਕੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਲੀਡਰ ਸਾਹਿਬਾਨ ਹੈ ਜਾਂ ਸਾਡੇ ਮੰਤਰੀ ਸਾਹਿਬਾਨ ਹੈ, ਇਹ ਲੋਕਾਂ ਨੂੰ ਬਿਲਕੁਲ ਮੂਰਖ ਹੀ ਸਮਝਦੇ ਆ। ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ, ਇਸ ਕਰਕੇ ਕਿਸਾਨ ਕਹ ਰਹੇ ਕੋਈ ਵੀ ਸਿਆਸੀ ਲੀਡਰ ਸਾਡੀ ਸਟੇਜ ਤੇ ਨਾ ਆਵੇ ਆਪਣਾ ਝੰਡਾ ਲੈ ਕੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ। ਮੈਂ ਉਹ ਸਿਆਸਤ 'ਚ ਨਹੀਂ ਜਾਊਂਗਾ ਕਿ ਕੀ ਵਾਅਦੇ ਕੀਤੇ, ਗੁਟਕਾ ਸਾਹਿਬ ਫੜ ਕੇ ਲੋਕ ਇਲਜ਼ਾਮ ਲਾਉਂਦੇ ਆ, ਮੈਂ ਉਹਦੇ ਵਿੱਚ ਨਹੀਂ ਜਾਊਂਗਾ। ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਪੰਜਾਬ ਦੇ ਵਿੱਚ ਹਾਲਾਤ ਕੀ ਹੈ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਪਰ ਮੈਂ ਮੋਟੇ ਤੌਰ ਤੇ ਇੱਕ ਗੱਲ, ਜਿਹੜਾ ਕੁਝ ਜ਼ਿੰਮੇਦਾਰ ਜਿਹੜੇ ਲੀਡਰਸ ਨੇ, ਬੇਸ਼ੱਕ ਦੀ ਉਹ ਪਾਵਰ ਦੇ ਵਿੱਚ ਨਹੀਂ ਹੈ, ਉਹੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਪਾਵਰ 'ਚ ਹੁੰਦਾ ਹੈ ਉਹ ਡਿਫੈਂਸਿਵ ਲੜਾਈ ਲੜਦਾ ਹੈ, ਤੇ ਜਿਹੜਾ ਵਿਪਕਸ਼ ਦੇ ਵਿੱਚ ਹੁੰਦਾ ਹੈਗਾ, ਅਪੋਜੀਸ਼ਨ ਦੇ ਵਿੱਚ ਹੁੰਦਾ ਹੈ, ਉਹ ਆਫੈਂਸਿਵ ਲੜਾਈ ਲੜਦਾ, ਆਕਰਮਕ ਲੜਾਈ ਲੜਦਾ, ਉਹ ਹਮਲੇ ਕਰੀ ਜਾਂਦਾ, ਉਹ ਸਰਕਾਰ ਨੂੰ ਨੰਗਾ ਕਰਨ ਲੱਗ ਪੈਂਦਾ ਤੇ ਸਰਕਾਰ ਆਪਦੇ ਆਪ ਨੂੰ ਬਚਾਉਣ ਨੂੰ ਲੱਗ ਪੈਂਦੀ ਹੈ, ਚੁੱਪ ਕਰ ਜਾਂਦੇ, ਕੋਈ ਬੋਲਦਾ ਹੀ ਨਹੀਂ ਹੈ। ਜੇ ਉਹੀ ਬੰਦੇ ਵਿਪਕਸ਼ ਆ ਜਾਣਗੇ, ਮੁੜ ਕੇ ਉਹ ਆਫੈਂਸਿਵ ਲੜਾਈ ਲੜਦੇ ਹੈਗੇ, ਆਕਰਮਕ ਲੜਾਈ ਲੜਦੇ, ਐਕਸਪੋਜ਼ ਕਰਦੇ ਹੈਗੇ। ਤੇ ਕਿਤੇ ਨਾ ਕਿਤੇ ਲੜਾਈ ਇਸ ਗੱਲ ਦੀ ਹੁੰਦੀ ਹੈ ਕਿ ਉਹ ਸੱਤਾ 'ਚ ਆਉਣਾ ਚਾਹੁੰਦੇ, ਹੋਰ ਕੁਛ ਨਹੀਂ। ਕਿਉਂਕਿ ਜਿਹੜਾ ਸੱਤਾ 'ਚ ਆ ਜਾਂਦਾ ਫਿਰ ਉਹ ਕੰਮ ਨਹੀਂ ਕਰਦਾਗਾ, ਜੇ ਕੰਮ ਵੀ ਕਰਦਾ ਤਾਂ ਆਈ ਵਾਸ਼ ਹੁੰਦਾ ਹੈ, ਸਿਰਫ ਲੋਕਾਂ ਨੂੰ ਲੋਲੀਪੌਪ ਦੇਣਾ ਹੁੰਦਾ ਹੈਗਾ, ਮਿੱਠੀ ਗੋਲੀ ਦੇਣ ਵਾਲੀ ਗੱਲ ਕਰਦੇ ਹੈਗੇ ਆ। ਇਸ ਕਰਕੇ ਪੰਜਾਬ ਦੇ ਹਾਲਾਤ ਇਹ ਜਿਹੇ ਹੋ ਗਏ। ਹੁਣ ਅਸੀਂ ਅਕਾਲੀ ਪਾਰਟੀ ਦੀ ਜੇ ਗੱਲ ਕਰੀਏ, ਆ ਲਾਸਟ ਤੱਕ ਮਿਸਟਰ ਸੁਖਬੀਰ ਬਾਦਲ, ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ, ਇਹ ਸਾਰੇ ਇਸ ਬਿੱਲ ਦੀ ਤਾਰੀਫ ਕਰਦੇ ਰਹੇ। ਉਹ ਸਾਰਾ ਕੁਝ ਨੈਟ ਤੇ ਪਿਆ ਕਿ ਇੰਨਾ ਵਧੀਆ ਬਿੱਲ ਹੈ, ਇਹਦਾ ਕਮਾਲ ਦਾ ਹੈ, ਇਹਨਾਂ ਕਿਸਾਨਾਂ ਦਾ ਬਹੁਤ ਭਲਾ ਹੋ ਜਾਊਗਾ, ਇਹ ਹੋ ਜੂ, ਉਹ ਹੋ ਜੂ, ਫਲਾਨਾ ਹੋ ਜੂ, ਸਾਰੇ ਇਹ ਸੋਸ਼ਲ ਮੀਡੀਆ ਤੇ ਆਪਾਂ ਵੇਖਦੇ ਗਏ। ਤੇ ਅੰਤ ਦੇ ਵਿੱਚ ਜਦੋਂ ਉਹ ਬਿੱਲ ਪਾਸ ਹੋ ਗਿਆ ਤੇ ਮਿਸਿਸ ਬਾਦਲ ਨੇ ਉੱਥੋਂ ਰਿਜ਼ਾਈਨ ਕਰਤਾ, ਔਰ ਰਿਜ਼ਾਈਨ ਕਰਕੇ ਉਹ ਇੱਥੇ ਆ ਕੇ ਵਿਰੋਧ ਦੇ ਵਿੱਚ ਰੈਲੀ ਕੱਢ ਰਹੇ ਹੈ। ਗੱਡੀਆਂ ਦੇ ਵਿੱਚ ਉਹਨੇ ਰੈਲੀ ਕੱਢੀ, 3 ਤਖਤ ਸਾਹਿਬਾਨ ਤੋਂ ਉਹ ਰੈਲੀ ਚੱਲੀ। ਗਵਰਨਰ ਨੂੰ ਉਹਨਾਂ ਨੇ ਮੈਮੋਰੰਡਮ ਦੇਣਾ ਸੀ ਤੇ ਉੱਥੇ ਪੁਲਿਸ ਦੇ ਨਾਲ ਜੋ ਵੀ ਉਹਨਾਂ ਨੇ ਥੋੜੀ ਬਹੁਤ ਕਹਾ ਸੁਣੀ ਹੈ, ਝੜਪ ਹੋਈ, ਉਸ ਤੋਂ ਬਾਅਦ ਉਹ ਗੱਡੀ 'ਚ ਬੈਠ ਕੇ ਚਲੇ ਗਏ। ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਜਦੋਂ ਤੁਸੀਂ ਉਹਦੀ ਤਾਰੀਫ ਕਰ ਰਹੇ ਸੀ, ਕੀ ਉਹਨਾਂ ਨੇ ਉਹਦਾ ਕੰਟੈਂਟ ਚੇਂਜ ਕਰਤਾ? ਲਾਸਟ ਜਦੋਂ ਪਾਸ ਕਰਨਾ ਸੀ ਕਿ ਉਹੀ ਬਿੱਲ ਜੇ ਤੁਸੀਂ ਤਾਰੀਫ ਕਰ ਰਹੇ ਸੀ, ਕਿ ਤੁਹਾਨੂੰ ਉਹ ਪੜ੍ਹ ਕੇ ਉਦੋਂ ਲੱਗਿਆ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ? ਮੈਂ ਸੋਚ ਦੀ ਗੱਲ ਕਰ ਰਿਹਾ, ਅਪਰੋਚ ਦੀ ਗੱਲ ਕਰ ਰਿਹਾ ਹੈਗਾ
ਇੱਥੇ ਕੋਈ ਆਦਮੀ ਮੈਨੂੰ ਜੋ ਮਰਜ਼ੀ ਆਖੇ, ਪਰ ਅਲਟੀਮੇਟਲੀ ਸਾਨੂੰ ਸਾਰਿਆਂ ਨੂੰ, ਜਿੰਨੇ ਵੀ ਬੁੱਧਜੀਵੀ ਹੈ, ਜਿੰਨੇ ਵੀ ਕਲਾਕਾਰ ਹੈ, ਉਹ ਗਾਇਕ ਹੋਣ ਜਾਂ ਐਕਟਰਸ ਹੋਣ ਜਾਂ ਸਾਹਿਤਕਾਰ ਹੋਣ ਜਾਂ ਕਿਸਾਨ ਹੋਣ, ਮਜ਼ਦੂਰ ਹੋਣ, ਛੋਟੇ ਦੁਕਾਨਦਾਰ ਹੋਣ, ਬਾਬੂ ਹੋਣ, ਕਿਤੇ ਨੌਕਰੀ ਕਰਨ ਵਾਲੇ, ਨੌਕਰੀ ਪੇਸ਼ਾ ਲੋਕ, ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪੈਣੀ ਹੈ, ਤੇ ਆਵਾਜ਼ ਇਨਸਾਫ ਵਾਸਤੇ ਹੈ, ਆਵਾਜ਼ ਨਾਇਨਸਾਫੀ ਦੇ ਖਿਲਾਫ ਹੈ। ਔਰ ਫਿਰ ਵੀ ਬੀਜੇਪੀ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਜਾ ਕੇ ਸਮਝਾਓ ਕਿ ਬਿੱਲ ਬਹੁਤ ਵਧੀਆ ਹੈ, ਇਹਦੇ ਨਾਲ ਕਿਸਾਨ ਮਾਲਾ ਮਾਲ ਹੋ ਜਾਣਗੇ। ਕਿੰਨੀ ਹੈਰਾਨੀ ਵਾਲੀ ਗੱਲ ਹੈਗੀ ਹੈ ਕਿ ਲਾਸਟ ਸਟੇਜ ਤੇ ਆ ਕੇ ਮਿਸਿਸ ਬਾਦਲ ਆਪਣਾ ਰੈਜ਼ਿਗਨੇਸ਼ਨ ਦਿੰਦੇ ਆ, ਤੇ ਉਸ ਤੋਂ ਬਾਅਦ ਉਹ ਆ ਜਾਂਦੇ ਹੈਗੇ ਇੱਥੇ ਲੋਕਾਂ ਦੀ ਮਦਦ ਕਰਨ ਵਾਸਤੇ ਉਸ ਬਿੱਲ ਦੇ ਖਿਲਾਫ। ਮੰਨ ਲਓ ਉਹਨਾਂ ਨੂੰ ਲੱਗਦਾ ਸੀ, ਜਿਵੇਂ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਵੀ ਕਿ ਅਸੀਂ ਉਹਨਾਂ ਨੂੰ ਅਵਗਤ ਕਰਾ ਸਕਦੇ ਸੀ, ਅਸੀਂ ਅਵਗਤ ਕਰਾਉਂਦੇ ਰਹੇ, ਪਰ ਉਹ ਨਹੀਂ ਮੰਨੇ। ਜੋ ਨਹੀਂ ਮੰਨੇ ਤੇ ਅਸੀਂ ਰਿਜ਼ਾਈਨ ਕਰਤਾ, ਇਹ ਉਹਨਾਂ ਨੇ ਦਿੱਲੀ ਦਿੱਤੀ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਤੁਸੀਂ ਵਾਕਈ ਉਹਨਾਂ ਨੂੰ ਕਹਿ ਰਹੇ ਸੀ ਕਿ ਇਹ ਬਿੱਲ ਕਿਸਾਨਾਂ ਦੇ ਖਿਲਾਫ ਹੈ, ਤੇ ਫਿਰ ਤੁਸੀਂ ਉਹਦੀ ਤਾਰੀਫ ਕਿਵੇਂ ਕਰ ਰਹੇ ਸੀ? ਮਿਸਟਰ ਸੁਖਵੀਰ ਬਾਦਲ ਉਹਦੀ ਤਾਰੀਫ ਕਿਵੇਂ ਕਰ ਰਹੇ ਸੀਗੇ? ਇਹਦਾ ਮਤਲਬ ਜਾਂ ਤਾਂ ਤੁਸੀਂ ਉਹਨੂੰ ਪੜ੍ਹਿਆ ਨਹੀਂ, ਜਾਂ ਤੁਸੀਂ ਉਹਨੂੰ ਪੜ੍ਹਿਆ ਜੋ ਤੁਹਾਡੇ ਤੇ ਇਲਜ਼ਾਮ ਲੱਗਦਾ ਹੈਗਾ ਕਿ ਇਹਨਾਂ ਦਾ ਹਿੱਸਾ ਹੈ। ਹੁਣ ਜਦੋਂ ਸਾਰੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਧਰਨੇ ਦੇਣ ਲੱਗ ਪਏ, ਘੇਰੇ ਪਾਉਣ ਲੱਗ ਪਏ, ਘਿਰਾਓ ਕਰਨ ਲੱਗ ਪਏ, ਤੇ ਹੋ ਸਕਦਾ ਹੈ ਉਹਨਾਂ ਨੂੰ ਇਹ ਲੱਗਿਆ ਹੋਵੇ ਕਿ ਇਹ ਇੱਕ ਮੰਤਰੀ ਪਦ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ, ਜਿਹਦੀ ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਅਗਲੇ ਸਾਲਾਂ ਦੇ ਵਿੱਚ ਉਹ ਸਰਕਾਰ ਬਣਾਉਣਗੇ ਇੱਥੇ ਜਦੋਂ ਇਲੈਕਸ਼ਨ ਹੋਊਗਾ 2022 ਦੇ ਵਿੱਚ। ਤੇ ਜੇ ਉਹ ਨਹੀਂ ਰਿਜ਼ਾਈਨ ਕਰਦੇ ਫਿਰ ਵੋਟ ਕਿਵੇਂ ਮੰਗਣਗੇ? ਵੋਟ ਮੰਗਣ ਦਾ ਹੱਕ ਨਾ ਚਲਿਆ ਜਾਵੇ, ਇਸ ਕਰਕੇ ਰਿਜ਼ਾਈਨ ਕਰਨਾ ਪਿਆ। ਪਰ ਮੈਂ ਆਪਣੇ ਪੰਜਾਬ ਦੇ ਲੋਕਾਂ ਅੱਗੇ ਬੇਨਤੀ ਕਰਦਾ ਹੈਗਾ ਕਿ ਸਾਡਾ ਕਿਰਦਾਰ ਕੀ ਹੈ। ਮੈਂ ਆਪਣੇ ਲੀਡਰ ਸਾਹਿਬਾਨ ਨੂੰ ਸਵਾਲ ਕਰਦਾ ਹੈਗਾ, ਪੰਜਾਬ ਦਾ ਪੁੱਤ ਹੋਣ ਦੇ ਨਾਤੇ, ਇਸ ਮਿੱਟੀ ਨਾਲ ਮੇਰਾ ਰਿਸ਼ਤਾ ਹੋਣ ਦੇ ਨਾਤੇ, ਇੱਕ ਇਸ ਦੇਸ਼ ਦਾ ਜ਼ਿੰਮੇਦਾਰ ਨਾਗਰਿਕ ਹੋਣ ਦੇ ਨਾਤੇ, ਕਲਾਕਾਰ ਹੋਣ ਦੇ ਨਾਤੇ, ਇੱਕ ਸਮਾਜ ਸੇਵੀ ਹੋਣ ਦੇ ਨਾਤੇ, ਇੱਕ ਅਧਿਆਤਮਿਕ ਪ੍ਰੇਰਕ ਹੋਣ ਦੇ ਨਾਤੇ ਮੈਨੂੰ ਇਹ ਲੱਗਿਆ ਕਿ ਅਸੀਂ ਜੇ ਸਿਰਫ ਗੋਲ-ਮੋਲ ਗੱਲਾਂ ਹੀ ਕਰਦੇ ਰਹਾਂਗੇ, ਕਿਉਂਕਿ ਸੱਚ ਦਾ ਸਾਹਮਣਾ ਸਾਨੂੰ ਕਰਨਾ ਪੈਣਾ ਹੈ, ਤੇ ਅਸੀਂ ਲੋਕਾਂ ਨੂੰ ਕਿੰਨੀ ਦੇਰ ਬੇਵਕੂਫ ਬਣਾ ਸਕਦੇ ਹਾਂ। ਕਹਾਵਤ ਹੈਗੀ ਕਿ ਕਾਠ ਦੀ ਹਾਂਡੀ ਇੱਕ ਵਾਰੀ ਚੜ੍ਹਦੀ ਹੈ, ਪਰ ਇੱਥੇ ਤਾਂ ਪਤਾ ਨਹੀਂ ਕਿੰਨੀ ਵਾਰੀ ਕਾਠ ਦੀ ਹਾਂਡੀ ਚੜ੍ਹ ਚੁੱਕੀ ਹੈ। ਉਹ ਸੜ ਜਾਂਦੀ ਹੈਗੀ ਹੈ, ਬਲ ਜਾਂਦੀ ਹੈਗੀ ਹੈ, ਦੁਬਾਰਾ ਨਹੀਂ ਚੜ੍ਹਦੀ, ਪਰ ਇੱਥੇ ਕਿੰਨੀ ਵਾਰੀ ਚੜ੍ਹੀ ਹੈਗੀ ਹੈ। ਸੋ ਇਸ ਕਰਕੇ ਮੇਰੀ ਪੰਜਾਬ ਦੇ ਹਰ ਬੰਦੇ ਅੱਗੇ ਇਹ ਬੇਨਤੀ ਹੈ, ਈਵਨ ਉਹਨਾਂ ਜਿਹੜੇ ਟ੍ਰੈਡੀਸ਼ਨਲ ਸਾਡੇ ਲੀਡਰਸ ਆ, ਪੁਰਾਣੇ ਲੀਡਰ ਸਾਹਿਬਾਨ ਹੈਗੇ ਨੇ, ਸਿਆਸਤਦਾਨ ਨੇ, ਉਹਨਾਂ ਜਿਹੜੇ ਮੰਤਰੀ ਸਾਹਿਬਾਨ ਨੇ ਜਾਂ ਉਹਨਾਂ ਪਾਰਟੀਆਂ ਦੇ ਮੈਂਬਰ ਨੇ, ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਆਪਣੀਆਂ ਗਲਤੀਆਂ ਕਬੂਲ ਕਰਨੀਆਂ ਚਾਹੀਦੀਆਂ। ਕੋਈ ਚਾਰਾ ਨਹੀਂ, ਹੋਰ ਕੋਈ ਤਰੀਕਾ ਨਹੀਂ ਹੈ, ਕਿਉਂਕਿ ਇਹ ਕਰਦੇ ਸਾਰੀ ਚੀਜ਼ ਖੁੱਲ ਗਈ ਹੈ, ਸਾਹਮਣੇ ਆ ਗਈ ਹੈ, ਪ੍ਰਗਟ ਰੂਪ ਦੇ ਵਿੱਚ ਸਾਹਮਣੇ ਆ ਗਈ ਹੈ ਕਿ ਜੇ ਕਾਂਗਰਸ ਸਰਕਾਰ ਇਹਨਾਂ ਬਿੱਲਾਂ ਦੇ ਖਿਲਾਫ ਸੀ ਤਾਂ ਕਿੰਨੇ ਦੇਰ ਦੇ ਆਏ ਹੈ ਕਿ ਇਸ ਐਂਡ ਦੇ ਵਿੱਚ ਇੰਤਜ਼ਾਰ ਕਰ ਰਹੇ ਸੀਗੇ। ਇਹ ਰੈਲੀਆਂ ਤਾਂ ਪਹਿਲਾਂ ਹੀ ਸ਼ੁਰੂ ਹੋਣੀਆਂ ਚਾਹੀਦੀਆਂ ਸੀਗੀਆਂ, ਇਹ ਵਿਰੋਧ ਤਾਂ ਪਹਿਲਾਂ ਹੀ ਸ਼ੁਰੂ, ਜੋ ਤੁਹਾਨੂੰ ਪਤਾ ਲੱਗ ਗਿਆ, ਜੇ ਤੁਹਾਨੂੰ ਇਨਵਾਈਟ ਕੀਤਾ ਗਿਆ, ਤੁਸੀਂ ਉਸ ਮੀਟਿੰਗ 'ਚ ਗਏ ਤੇ ਤੁਹਾਡੀ ਮਰਜ਼ੀ ਦੇ ਨਾਲ, ਕਿਉਂਕਿ ਤੁਹਾਡੀ ਮਰਜ਼ੀ ਤੋਂ ਬਗੈਰ, ਜਿਹੜੀ ਸਰਕਾਰ ਮੌਕੇ ਦੀ ਹੈ ਉਹਦੀ ਮਰਜ਼ੀ ਤੋਂ ਬਗੈਰ ਇੰਨੀ ਜਗ੍ਹਾ ਤੁਹਾਨੂੰ ਅਲਾਟ ਨਹੀਂ ਕੀਤੀ ਜਾ ਸਕਦੀ ਕਿ ਉਹ ਆਪਣੇ ਸਟੋਰਸ, ਆਪਣੇ ਸੈਲੋ ਬਣਾਉਣਾ ਸ਼ੁਰੂ ਕਰ ਦੇਣ। ਉਹ ਕੰਮ ਸ਼ੁਰੂ ਹੋਇਆ ਹੋਇਆ ਹੈ ਔਰ ਜੰਗੀ ਪੈਮਾਨੇ ਤੇ ਸ਼ੁਰੂ ਹੋਇਆ ਹੋਇਆ ਹੈ। ਕਿਸਾਨ ਵਿਚਾਰੇ ਇੱਧਰ ਉੱਧਰ ਆਪਦਾ ਮੱਥਾ ਮਾਰਦੇ ਤੁਰੇ ਫਿਰਦੇ ਸੀਗੇ, ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਸੀਗਾ, ਤੇ ਤੁਸੀਂ ਕੁਛ ਨਹੀਂ ਕੀਤਾ। ਔਰ ਹੁਣ ਜਾ ਕੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਹਦਾ ਵਿਰੋਧ ਕਰਦੇ ਹੋ, ਤੁਸੀਂ ਸੁਪਰੀਮ ਕੋਰਟ ਜਾਓਗੇ। ਸੁਪਰੀਮ ਕੋਰਟ ਕਿਹਦਾ? ਇਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ, ਉੱਥੋਂ ਕਿਸ ਤਰ੍ਹਾਂ ਦੇ ਫੈਸਲੇ ਹੋ ਰਹੇ ਹੈ। ਜਿਹੜੇ ਪਿੱਛੇ ਫੈਸਲੇ ਹੋਏ ਹੈ, ਜੇ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਵਿਰੋਧ ਕੀਤਾ ਤੇ ਕਿਉਂ ਕੀਤਾ? ਸੋ ਔਰ ਜਿਹੜੇ ਕੁਝ ਲੋਕਾਂ ਨੇ ਡਿਟੇਲਸ ਲਿਆ ਕੇ, ਜਿਹੜੇ ਬੰਦੇ ਇਸ ਗੱਲ ਤੋਂ ਅਵਗਤ ਹੈ, ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਤੀ ਹੈ। ਫਿਰ ਜੇ ਹੁਣ ਅਕਾਲੀ ਪਾਰਟੀ ਜਿਹੜੀ ਇਹ ਕੋਸ਼ਿਸ਼ ਕਰੀ, ਸ਼੍ਰੋਮਣੀ ਅਕਾਲੀ ਦਲ, ਇਹ ਸਾਰੇ ਕਾਰਾਂ ਦੇ ਨਾਲ ਇੱਕ ਬਹੁਤ ਵੱਡੀ ਨੇ ਰੈਲੀ ਕੱਢੀ। ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕ, ਜੇ ਤੁਹਾਨੂੰ ਪਤਾ ਲੱਗ ਗਿਆ ਹੈ ਸਾਡੇ ਲੀਡਰ ਸਾਹਿਬਾਨ ਦੀ ਵਾਸਤਵਿਕਤਾ ਦਾ, ਉਹਨਾਂ ਦੀ ਅਸਲੀਅਤ ਦਾ, ਉਹਨਾਂ ਦੀ ਸੋਚ ਦਾ, ਕਿਉਂਕਿ ਜਿਸ ਮਕਾਮ ਤੇ ਅਸੀਂ ਪਹੁੰਚ ਗਏ ਹਾਂ, ਜੋ ਨਸ਼ਿਆਂ ਦੇ ਨਾਲ ਹਾਲ ਸਾਡੇ ਪੰਜਾਬ ਦਾ ਹੋਇਆ ਹੈ ਕਿ ਸਰਕਾਰ ਚਾਹੇ ਤਾਂ ਰੁਕਵਾ ਨਹੀਂ ਸਕਦੀ, ਜੋ ਕਰਪਸ਼ਨ ਦਾ ਹਾਲ ਪੰਜਾਬ ਦੇ ਵਿੱਚ ਹੈ, ਜੋ ਬਿਜਲੀ ਜਿੰਨੀ ਮਹਿੰਗੀ ਹੈ ਇੱਥੇ, ਜਿੰਨਾ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਜ਼ਿਆਦਤੀਆਂ ਹੋ ਰਹੀਆਂ, ਪੇਰੈਂਟ ਨਾਲ ਜ਼ਿਆਦਤੀਆਂ ਹੋ ਰਹੀਆਂ, ਜੋ ਕਿਸਾਨਾਂ ਦੇ ਨਾਲ ਜ਼ਿਆਦਤੀਆਂ ਹੋ ਰਹੀਆਂ ਹੈਗੀਆਂ, ਉਹ ਸਾਰਾ ਕੁਝ ਵੇਖਦੇ ਹੋਏ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਕੋਈ
ਜਵਾਬ ਕਿਸੇ ਤੋਂ ਚਾਹੀਦਾ ਜਾਂ ਪੁੱਛਣ ਦੀ ਲੋੜ ਹੈ। ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਮੈਂ ਅਕਸਰ ਇਹ ਕਹਿਣਾ ਹੁੰਦਾ ਹੈ, ਕਈ ਵੀਡੀਓ 'ਚ ਮੈਂ ਕਿਹਾ ਵੀ ਹੈ ਕਿ ਮਹਾਮੂਰਖ ਕੌਣ ਹੈ? ਮਹਾਮੂਰਖ ਉਹ ਹੁੰਦਾ ਹੈਗਾ ਜਿਹੜਾ ਆਪਣੀ ਇੱਕੋ ਗਲਤੀ ਨੂੰ ਬਾਰ-ਬਾਰ ਰਿਪੀਟ ਕਰੀ ਜਾਵੇ। ਤੇ ਤੁਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਆਪਾਂ ਅਕਲਮੰਦ ਹੈ, ਮੂਰਖ ਹੈ ਜਾਂ ਮਹਾਮੂਰਖ ਹੈ। 73 ਸਾਲ ਤੋਂ ਆਪਾਂ ਉਹੀ ਗਲਤੀ ਬਾਰ-ਬਾਰ ਦੁਹਰਾਉਨੇ ਹੈ। ਸਾਡੇ ਕੋਲ ਕੋਈ ਵਿਕਲਪ ਹੀ ਹੈ ਨਹੀਂ, ਕਿਉਂਕਿ ਕਾਂਗਰਸ ਨੂੰ ਲੱਗਦਾ ਕੋਈ ਗੱਲ ਨਹੀਂ, ਜੇ 5 ਸਾਲ ਅਸੀਂ ਨਹੀਂ ਆਏ ਤੇ 5 ਸਾਲ ਬਾਅਦ ਜਿਹੜੀ ਦੂਸਰੀ ਸਰਕਾਰ ਹੈ ਉਹਨੇ ਇਹਨਾਂ ਨੂੰ ਤੰਗ ਕਰਦਾ, ਇਹਨਾਂ ਤਪਾ ਦੇਣਾ ਕਿ ਮਜਬੂਰੀ ਸਾਨੂੰ ਲਿਆਉਣਗੇ। ਮੈਂ ਅਕਸਰ ਉਹ ਚੋਰ ਦਾ ਜ਼ਿਕਰ ਕਰਦਾ ਹੁੰਦਾ ਹੈ ਜਿਸ ਨੂੰ ਪੁਲਿਸ ਨੇ ਪਕੜ ਲਿਆ ਔਰ ਪੁਲਿਸ ਨੇ ਇਹ ਕਿਹਾ ਕਿ ਤੇਰੀ ਸਜ਼ਾ ਇਹ ਹੈ ਵੀ ਜਾਂ ਤਾਂ 100 ਗੰਢੇ ਖਾ ਤੇ ਜਾਂ 100 ਛਿੱਤਰ ਖਾ। ਉਹਨੇ ਹਿਸਾਬ ਕਿਤਾਬ ਲਾਇਆ ਕਿ ਮੈਂ 100 ਗੰਢੇ ਖਾ ਲੂੰ। ਉਹਨੇ ਕਿਹਾ ਚਲੋ ਦਿਓ ਉਹਨੂੰ 100 ਗੰਢੇ। ਜਿਹਨੂੰ 10-15 ਗੰਢੇ ਖਾਦੇ ਉਹਦਾ ਮੂੰਹ ਕੌੜਾ ਹੋ ਗਿਆ, ਅੱਖਾਂ 'ਚੋਂ ਪਾਣੀ ਵਾਲਾ, ਛਿੱਤਰ ਖਾ ਲੈਣਾ। ਚਲੋ ਛਿੱਤਰ ਮਾਰੋ। ਜੋ 10-15 ਛਿੱਤਰ ਮਾਰੇ ਕਹਿੰਦਾ ਖੜ ਜਾਓ ਗੰਢੇ ਖਾ ਲੈਣਾ। ਉਹਨੇ ਐਂ ਕਰਕੇ 100 ਛਿੱਤਰ ਖਾ ਲੇ ਤੇ 100 ਗੰਢੇ ਖਾ ਲੇ। ਸਾਡਾ ਸਾਰਿਆਂ ਦਾ ਇਹੀ ਹਾਲ ਹੈ। ਅਸੀਂ ਕਦੇ ਇੱਕ ਪਾਰਟੀ ਦੇ ਗੰਢੇ ਖਾ ਲੈਂਦੇ ਹਾਂ, ਉਹ ਤੋਂ ਅੱਕ ਕੇ ਫਿਰ ਦੂਜੀ ਪਾਰਟੀ ਦੇ ਛਿੱਤਰ ਖਾ ਲੈਂਦੇ ਹਾਂ। ਬਸ ਆਹੀ ਚੱਲ ਰਿਹਾ। ਫਿਰ ਸਾਨੂੰ ਅਕਲਮੰਦ ਕੌਣ ਕਹੂਗਾ? ਜੇ ਸਾਡੇ ਇਹੀ ਲੀਡਰਸ, ਜੇ ਉਹ ਦੋਸ਼ੀ ਹੈ, ਪ੍ਰਮਾਣ ਤੁਹਾਡੇ ਸਾਹਮਣੇ ਹੈ, ਤੁਸੀਂ ਉਹਨਾਂ ਨਾਲ ਲੜ ਨਹੀਂ ਸਕਦੇ, ਪਰ ਤੁਸੀਂ ਉਹਨਾਂ ਦਾ ਬਹਿਸ਼ਕਾਰ ਤੱਕ ਕਰ ਸਕਦੇ ਹੋ, ਉਹਨਾਂ ਦਾ ਪਰਿਤਿਆਗ ਤੱਕ ਕਰ ਸਕਦੇ ਹੋ, ਉਹਨਾਂ ਦਾ ਬਾਈਕਾਟ ਤੱਕ ਕਰ ਸਕਦੇ ਹੋ। ਜੇ ਤੁਹਾਡੇ ਲੀਡਰਸ ਨੇ ਤੁਹਾਡੇ ਨਾਲ ਵਾਅਦੇ ਕੀਤੇ ਹੈ ਤੇ ਪੂਰੇ ਨਹੀਂ ਕੀਤੇ, ਕਿੰਨੀ ਵਾਰੀ ਇਹ ਕਿਸਾਨ ਯੂਨੀਅਨ ਬਣੀਆਂ, ਉਹਨਾਂ ਦੇ ਲੀਡਰ ਵਿਕ ਜਾਂਦੇ ਹੈਗੇ ਹੈ, ਤੇ ਇਹ ਜੇ ਉਹ ਵਾਅਦੇ ਪੂਰੇ ਨਹੀਂ ਕਰਦੇ ਤੇ ਇਹਨਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ। ਠੀਕ ਹੈ, ਤੁਹਾਡੇ ਵਿੱਚ ਕੋਈ ਦਲਾਲ ਵੜ ਜਾਂਦੇ ਹੈ, ਕੁਝ ਖਰੀਦੇ ਹੋਏ ਬੰਦੇ, ਕੁਝ ਉਹਨਾਂ ਦੇ ਗੁਰਗੇ, ਉਹ ਆ ਕੇ ਤੁਹਾਨੂੰ ਡਰਾਉਂਦੇ ਵੀ ਹੈ, ਬਹਿਕਾਉਂਦੇ ਵੀ ਹੈ, ਫੁਸਲਾਉਂਦੇ ਵੀ ਹੈ, ਤੁਹਾਡੀਆਂ ਵੋਟਾਂ ਖਰੀਦ ਲੈਂਦੇ ਹੈਗੇ ਹੈ ਤੇ ਤੁਹਾਨੂੰ ਲੱਗਦਾ ਵੀ ਹੋਰ ਤਾਂ ਕੁਝ ਮਿਲਣ ਦੀ ਉਮੀਦ ਨਹੀਂ, ਚਲੋ ਇਹੀ ਸਹੀ। ਪਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਤੁਸੀਂ ਆਪਣੀ ਵੋਟ ਸ਼ਰਾਬ ਦੀ ਬੋਤਲ ਪਿੱਛੇ ਵੇਚ ਕੇ, ਭੁੱਕੀ ਪਿੱਛੇ ਵੇਚ ਕੇ, ਅਫੀਮ ਪਿੱਛੇ ਜਾਂ 1000, 2000, 5000 ਰੁਪਏ ਪਿੱਛੇ ਵੇਚ ਕੇ ਤੁਸੀਂ ਆਪਣਾ ਸਾਰੇ ਆਪਣੇ ਹੱਥ ਹੀ ਵਢਾ ਲਏ। ਆਪਣੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਆਪਣੇ ਬੱਚਿਆਂ ਦਾ ਭਵਿੱਖ ਖਤਮ ਕਰ ਲਿਆ। ਫਿਰ ਤੁਹਾਡੀਆਂ ਸੜਕਾਂ ਬਣ ਸਾਰੀ ਨਾਲ ਦੀ ਨਾਲ ਟੁੱਟਣਗੀਆਂ, ਪੁਲ ਟੁੱਟਣਗੇ, ਡਿੱਗਣਗੇ, ਬਿਲਡਿੰਗਾਂ ਡਿੱਗਣਗੀਆਂ, ਉਹਨਾਂ ਦੀ ਮੁਰੰਮਤ ਨਹੀਂ ਹੋਣੀ। ਤੁਹਾਡੇ ਜਿਹੜੇ ਪੰਚਾਇਤ ਘਰ ਹੈ, ਤੁਹਾਡੇ ਜਿਹੜੀਆਂ ਡਿਸਪੈਂਸਰੀਜ਼ ਹੈ, ਜਿਹੜੇ ਤੁਹਾਡੇ ਪਿੰਡਾਂ ਨੂੰ ਸੜਕਾਂ ਜਾਂਦੀਆਂ, ਜੋ ਵੀ ਸੁਵਿਧਾਵਾਂ ਤੁਹਾਨੂੰ ਚਾਹੀਦੀਆਂ ਹੈਗੀਆਂ ਉਹ ਨਹੀਂ ਮਿਲਦੀਆਂ ਹੈਗੀਆਂ। ਕਿਉਂ? ਕਿਉਂਕਿ ਤੁਸੀਂ ਵੋਟਾਂ ਵੇਚੀਆਂ, ਕਿਉਂਕਿ ਤੁਸੀਂ ਬਾਰ-ਬਾਰ ਮਹਾਮੂਰਖ ਬਣੇ ਹੋ। ਉਹਨਾਂ ਹੀ ਲੋਕਾਂ ਨੂੰ ਜਿਹੜੇ ਵਾਅਦਾ ਖਿਲਾਫ ਹੈ, ਜਿਹੜੇ ਝੂਠੇ ਆ, ਜਿਹੜੇ ਬੇਈਮਾਨ ਆ, ਜਿਨ੍ਹਾਂ ਨੇ ਤੁਹਾਨੂੰ ਲੁੱਟਿਆ ਹੈ, ਤੁਸੀਂ ਉਹਨਾਂ ਨੂੰ ਫਿਰ ਵੋਟਾਂ ਪਾਉਣ ਵਾਸਤੇ ਰਾਜ਼ੀ ਹੋ ਜਾਂਦੇ ਹੋ। ਤੁਹਾਨੂੰ ਡਰ ਕੋਈ ਨਹੀਂ। ਆਪਾਂ ਆਮ ਤੌਰ ਤੇ ਵਿਹਾਰਿਕ ਜੀਵਨ ਦੇ ਵਿੱਚ ਵੀ ਜੇ ਕਿਸੇ ਦੇ ਨਾਲ ਵਾਅਦਾ ਕਰੀਏ ਤੇ ਪੂਰਾ ਨਾ ਕਰੀਏ ਤੇ ਆਪਾਂ ਅੱਖ ਬਚਾਉਂਦੇ, ਆਪਾਂ ਨੂੰ ਸ਼ਰਮ ਆਉਂਦੀ ਹੈ। ਆਪਾਂ ਉਧਰ ਦੀ ਲੰਘਦੇ ਨਹੀਂ, ਬੰਦਾ ਮਿਲਣਾ ਜਾਵੇ, ਸਾਹਮਣੇ ਦੂਰੋਂ ਆਉਂਦਾ ਦੇ ਜੇ ਤਾਂ ਪਾਸੇ ਲੰਘ ਜਾਂਦੇ ਆ। ਪਰ ਸਾਡੇ ਲੀਡਰ ਸਾਹਿਬਾਨ ਤਾਂ ਕਮਾਲ ਹੈ। 73 ਸਾਲ ਤੋਂ ਇਹ ਵਾਅਦੇ ਕਰਦੇ ਹੈਗੇ ਤੇ ਵਾਅਦੇ ਕਰਕੇ ਉਹਨਾਂ ਨੂੰ ਪੂਰੇ ਨਹੀਂ ਕਰਦੇਗੇ, ਘਾਣ ਕਰ ਦਿੰਦੇ ਹੈ। ਲੋਕ ਉਹਨਾਂ ਨੂੰ ਵੋਟਾਂ ਦੇ ਕੇ ਜਿਤਾਉਂਦੇ ਆ, ਉਹਨਾਂ ਨੂੰ ਪਾਵਰ ਦਿੰਦੇ ਤੇ ਲੋਕਾਂ ਦੇ ਛਿੱਤਰ ਮਾਰੇ ਡਾਂਗਾ ਵਰਾਉਂਦੇ ਆ। ਉਹ ਵਾਟਰ ਗਨ ਦੇ ਨਾਲ ਉਹਨੂੰ ਡੇਗਦੇ ਆ, ਗੰਦਾ ਪਾਣੀ ਉਹਨਾਂ ਤੇ ਪਾਉਂਦੇ ਆ। ਪੁਲਿਸ ਵਾਲੇ ਛਿੱਤਰਵਾਰ ਵਰਾਉਂਦੇ ਉਹਨਾਂ ਤੇ, ਕੱਪੜੇ ਪਾੜਦੇ, ਪੱਗਾਂ ਲਾਉਂਦੇ ਉਹਨਾਂ ਦੀਆਂ। ਤੇ ਅਸੀਂ ਫੇਰ ਕਹਿੰਦੇ ਕਿ ਸਾਡੇ ਚੋਂ ਸਾਰੇ ਮਰ ਗਏ। ਕਿ ਪੰਜਾਬ ਦੇ ਵਿੱਚ ਹੋਰ ਕੋਈ ਬੰਦਾ ਹੈ ਨਹੀਂ? ਪੰਜਾਬ ਦੇ ਵਿੱਚੋਂ ਸੂਰਮੇ ਪੈਦਾ ਹੋਏ ਹੈ। ਗੁਰੂ ਸਾਹਿਬ ਦੀ ਕਿਰਪਾ ਸਾਡੇ ਤੇ। ਸਾਡੇ ਪੰਜਾਬ ਦੇ ਵਿੱਚੋਂ ਲੋਕਾਂ ਨੂੰ ਉੱਠਣਾ ਚਾਹੀਦਾ ਹੈ। ਤੇ ਜੇ ਕਿਸਾਨ ਭਰਾ ਉੱਠੇ ਹੈ, ਕਿਉਂਕਿ ਸਾਰੇ ਇੱਕ ਦੂਜੇ ਦੇ ਮੂੰਹ ਵਾਲੀ ਵੇਖੀ ਜਾਂਦੇ ਸੀ, ਔਰ ਅਜੇ ਵੀ ਮੈਂ ਵੇਖ ਰਿਹਾ ਹੈਗਾ, ਕਿਉਂਕਿ ਪਾਰਟੀਆਂ ਨੇ ਵੇਖਿਆ, ਕਿਉਂਕਿ ਜ਼ਿਆਦਾ ਵੋਟ ਬੈਂਕ ਤਾਂ ਕਿਸਾਨਾਂ ਦਾ ਹੈ, ਮਜ਼ਦੂਰਾਂ ਦਾ, ਪਿੰਡਾਂ ਦੇ ਵਿੱਚ ਲੋਕ ਰਹਿੰਦੇ ਜ਼ਿਆਦਾਤਰ। ਤੇ ਇਹਨਾਂ ਨੂੰ ਲੱਗਿਆ ਕਿ ਜੇ ਸਾਰੇ ਉੱਠ ਕੇ ਖੜੇ ਹੋ ਗਏ ਤੇ ਅਸੀਂ ਇਹਨਾਂ ਦੇ ਨਾਲ ਨਹੀਂ ਖੜੇ ਹੁੰਦੇ, ਇਹਨਾਂ ਦੇ ਪੱਖ 'ਚ ਨਹੀਂ ਬੋਲਦੇ, ਤੇ ਅਸੀਂ ਵੋਟ ਕਿਵੇਂ ਮੰਗਣ ਜਾਵਾਂਗੇ? ਇਸ ਕਰਕੇ ਇਹਨਾਂ ਨੂੰ ਮਜਬੂਰੀ ਦੇ ਵਿੱਚ ਦੋਹਾਂ ਧਿਰਾਂ ਨੂੰ ਆਉਣਾ ਪਿਆ। ਉਹ ਤੀਜੀ ਧਿਰ ਵੀ ਕੇਜਰੀਵਾਲ ਸਾਹਿਬ, ਉਹ ਆ ਹੁਣ ਬੋਲੇ ਜਾ ਕੇ ਜੰਤਰ ਮੰਤਰ ਤੇ। ਇੰਨਾ ਚਿਰ ਹੋ ਗਿਆ, ਇੰਨੇ ਚਿਰ ਤੋਂ ਇਹ ਚੱਲ ਰਹੇ ਆਰਡੀਨੈਂਸ ਆਏ ਸੀਗੇ, ਉਹ ਨਹੀਂ ਬੋਲੇ। ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਸ਼ਹਾਦਤ ਹੋਈ, ਮੈਂ ਉਹਨੂੰ ਸ਼ਹਾਦਤ ਮੰਨਦਾ ਹੈ, ਉਹਨੂੰ ਮੈਂ ਅਪਮਾਨ ਨਹੀਂ ਮੰਨਦਾ। ਉਹਨਾਂ ਦੇ ਗੁਰੂ ਸਾਹਿਬ ਦੇ ਅੰਗ ਰੂੜੀਆਂ ਤੇ ਰੋਲੇ ਗਏ, ਉਦੋਂ ਵੀ ਕੇਜਰੀਵਾਲ ਸਾਹਿਬ ਕੁਝ ਨਹੀਂ ਬੋਲੇ। ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ, ਰੱਬ ਜਾਣੇ। ਸੋ ਇਹ ਜਿੰਨੇ ਵੀ ਲੀਡਰ ਸਾਹਿਬਾਨ ਨੇ, ਠੀਕ, ਉਹਨਾਂ ਨੇ ਦਿੱਲੀ ਦੇ ਵਿੱਚ ਬਹੁਤ ਕੁਝ ਅੱਛੇ ਕੰਮ ਵੀ ਕੀਤੇ ਹੈਗੇ, ਉਹਦੀ ਤਾਰੀਫ ਕਰਨੀ ਬਣਦੀ ਹੈ। ਵਨ ਮਸਟ ਗਿਵ ਡੈਵਲ ਇਜ਼ ਡਿਊ। ਪਰ ਜਿੰਨੇ ਵੀ ਬੰਦੇ ਜ਼ਿੰਮੇਦਾਰ ਹੈ, ਸਮਾਜ ਸੇਵੀ ਸੰਸਥਾਵਾਂ ਹੈ, ਕਿਸਾਨ ਭਰਾ ਹੈ, ਮਜ਼ਦੂਰ ਹੈ, ਛੋਟੇ ਮੋਟੇ ਦੁਕਾਨਦਾਰ ਹੈ, ਕਾਮੇ ਹੈ, ਕਿਤੇ ਦਿਹਾੜੀਆਂ ਕਰਦੇ ਆ ਜਾਂ ਕਿਤੇ ਨੌਕਰੀ ਕਰਦੇ ਹੈਗੇ ਹੈ, ਉਹਨਾਂ ਸਾਰਿਆਂ ਨੂੰ ਕਿਸਾਨ ਭਰਾਵਾਂ ਦਾ ਸਾਥ ਦੇਣਾ ਚਾਹੀਦਾ ਹੈ, ਇਕੱਠੇ ਹੋਣਾ ਚਾਹੀਦਾ ਹੈ। ਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਮੰਨ ਲਓ ਕੋਈ ਲੀਡਰ ਕਿਸੇ ਕਾਰਨ ਵਿਕ ਜਾਵੇ ਤੇ ਸਾਡੇ ਕੋਲੇ ਦੂਜੀ ਜਿਹੜੀ ਸੈਕੰਡ ਰੋ ਦੀ ਲੀਡਰਸ਼ਿਪ ਉਹ ਤਿਆਰ ਰਹਿਣੀ ਚਾਹੀਦੀ ਹੈ। ਐਤਕੀ ਇਸ ਵਾਰ ਇਹ ਆਖਰੀ ਵਾਰ, ਆਖਰੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਕਿਉਂਕਿ ਜੇ ਐਤਕੀ ਇਸ ਵਾਰ ਅਸੀਂ ਫਿਰ ਮਾਤ ਖਾ ਗਏ, ਫਿਰ ਭੁੱਲ ਜਾਓ।
ਇੱਕ ਸੱਜਣ ਨੂੰ ਮੈਂ ਸੁਣਿਆ, ਉਹ ਕਹਿੰਦੇ ਵੀ ਇਹ ਕਹਿੰਦੇ 6% ਹੀ ਐਮਐਸਪੀ ਤੇ ਵੇਚਦੇ ਹੈਗੇ ਆ, ਬਾਕੀ ਸਾਰੇ ਕਿਸਾਨ ਤਾਂ ਉਹ ਤੋਂ ਬਾਹਰ ਹੀ ਵੇਚਦੇ ਆ। ਨਹੀਂ, 100% ਜਿਹੜੀ ਫਸਲ ਹੈਗੀ ਹੈ ਕਿਸਾਨਾਂ ਦੀ, ਉਹ ਐਮਐਸਪੀ ਤੇ ਸਰਕਾਰ ਨੂੰ ਖਰੀਦਣੀ ਚਾਹੀਦੀ ਹੈਗੀ ਹੈ, ਤਾਂ ਕਿ ਕਿਸਾਨ ਆਤਮ ਹੱਤਿਆ ਕਰ ਜੇ ਉਦੋਂ ਘੱਟ ਤੇ ਖਰੀਦੇ ਐਮਐਸਪੀ ਤੋਂ, ਉਹਨੂੰ ਸਜ਼ਾ ਮਿਲੇ। ਸਵਾਮੀਨਾਥਨ ਦੀਆਂ ਜਿਹੜੇ ਰਿਕਮੈਂਡੇਸ਼ਨਸ ਹੈਗੀਆਂ ਕਮਿਸ਼ਨ ਦੀਆਂ, ਉਹ ਲਾਗੂ ਕਰਨੀਆਂ ਚਾਹੀਦੀਆਂ, ਤਾਂ ਕਿ 7,500 ਨਹੀਂ ਤਾਂ 4,500-5,000 ਕੁਇੰਟਲ ਦਾ ਦਿਓ ਉਹਨਾਂ ਨੂੰ। ਜੇ ਲੋਕਾਂ ਦੀ ਬਾਕੀ ਸਾਰਿਆਂ ਨੂੰ ਤੁਸੀਂ ਤਨਖਾਹ ਵਧਾਈ ਜਾਂਦੇ ਹੋ, ਇਹ ਵੇਤਨ ਆਯੋਗ, ਫਲਾਣਾ ਆਯੋਗ, ਇਹ ਆਯੋਗ, ਤੁਸੀਂ ਉਹਨਾਂ ਦੀਆਂ ਤਨਖਾਹ ਵਧਾਈ ਜਾਂਦੇ ਹੋ, ਤੇ ਉਹਦੇ ਮੁਤਾਬਕ ਕਿਸਾਨਾਂ ਦੀ ਵੀ ਫਸਲ ਦੀ ਕੀਮਤ ਵਧਾਓ, ਜਿਹੜੀ 7,500 ਦੇ ਕਰੀਬ ਬਣਦੀ ਹੈ, ਜਾਂ ਜੋ ਵੀ ਤੁਹਾਡੀ ਐਮਐਸਪੀ ਉਹ ਤੇ 50% ਵੱਧ ਦਿੱਤਾ ਜਾਵੇ, ਇਹ ਲਾਗੂ ਕਰੋ, ਤਾਂ ਕਿ ਕਿਸਾਨ ਆਤਮ ਹੱਤਿਆ ਕਰਨ ਲਈ ਮਜਬੂਰ ਨਾ ਹੋਵੇ। ਇਹ ਸਾਡੇ ਜਿਹੜੇ ਸਾਰੇ ਲੀਡਰ, ਟ੍ਰੈਡੀਸ਼ਨਲ ਲੀਡਰ ਸਾਹਿਬਾਨ ਹੈ, ਪੁਰਾਣੇ ਲੀਡਰ ਸਾਹਿਬਾਨ, ਸਿਆਸਤਦਾਨ ਹੈ, ਇਹਨਾਂ ਨੇ ਇਹ ਲੜਾਈ ਅੱਜ ਤੱਕ ਕਿਉਂ ਨਹੀਂ ਲੜੀ? ਕੀ ਕਾਰਨ ਹੈ? ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ, ਔਰ ਉਹਦੇ ਜਵਾਬ ਦੇ ਆਧਾਰ ਤੇ ਸਾਡੇ ਕਿਸਾਨਾਂ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਆਉਣ ਵਾਲੇ ਜਿਹੜੇ 2022 ਦੇ ਇਲੈਕਸ਼ਨ ਹੈ, ਉਹਨਾਂ ਨੇ ਕਿਹਦਾ ਸਾਥ ਦੇਣਾ, ਕਿਹਦਾ ਸਾਥ ਨਹੀਂ ਦੇਣਾ। ਮੈਂ ਉਮੀਦ ਕਰਦਾ ਕਿ ਸਾਡੇ ਮਿੱਤਰਾਂ ਦੀ ਗੱਲ ਕੁਝ ਪਕੜ 'ਚ ਆਈ ਹੋਗੀ, ਤੇ ਉਹ ਇਸ ਦੇ ਮੁਤਾਬਕ ਅੱਗੇ ਜਿਹੜਾ ਹੈਗਾ ਆਪਣੀ ਇਸ ਜਿਹੜੀ ਲਹਿਰ ਹੈ, ਆਪਣਾ ਮੋਰਚਾ ਇਹਨਾਂ ਵਿਚਾਰਾਂ ਦੇ ਆਧਾਰ ਤੇ ਅੱਗੇ ਨੂੰ ਵਧਾਉਣ ਦੀ ਕੋਸ਼ਿਸ਼ ਕਰਨਗੇ ਇਸ ਲਹਿਰ ਨੂੰ, ਤਾਂ ਕਿ ਅਸੀਂ ਕਾਮਯਾਬ ਹੋਈਏ। ਅਸੀਂ ਬਾਰ-ਬਾਰ ਨਾਕਾਮਯਾਬ ਹੋਏ ਹਾਂ, ਬਾਰ-ਬਾਰ ਸਾਡੇ ਨਾਲ ਧੋਖਾ ਹੋਇਆ, ਇਸ ਵਾਰ ਧੋਖਾ ਨਹੀਂ ਹੋਣਾ ਚਾਹੀਦਾ, ਕਿਉਂਕਿ ਬਹੁਤ ਦੇਰ ਦੇ ਨਾਲ ਜਦੋਂ ਜਮਾਂ ਅੰਤ ਦਿਸਣ ਲੱਗ ਪੈਂਦਾ ਹੈ, ਉਦੋਂ ਲੋਕ ਉੱਠਦੇ ਆ, ਵਰਨਾ ਹਰ ਆਦਮੀ ਇੱਕ ਦੂਜੇ ਦੇ ਮੂੰਹ ਵੱਲ ਵੇਖਦਾ ਰਹਿੰਦਾ, ਕੋਈ ਵੀ ਖਤਰਾ ਨਹੀਂ ਲੈਣਾ ਚਾਹੁੰਦਾ ਮੁੱਲ, ਕੋਈ ਵੀ ਸਾਹਮਣੇ ਨਹੀਂ ਆਉਣਾ ਚਾਹੁੰਦਾਗਾ, ਤਾਂ ਕਿ ਉਹ ਟਾਰਗੇਟ ਨਾ ਬਣ ਜਾਏ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। मालिक सानू सारिਆਂ ਨੂੰ ਚੜ੍ਹਦੀ कला बख्शे। जय हिंद, जय भारत। मंगल ढिल्लोन चैनल एक ऐसा चैनल जो आपका जीवन बदल सकता है, जैसे अब तक बहुतों का जीवन बदल चुका है। मंगल ढिल्लोन चैनल